एक साल ਦੇ ਵਿੱਚ ਜਿਹੜਾ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹ ਪੰਜਾਬ ਤੋਂ ਹੁੰਦਾ ਹੋਇਆ ਭਾਰਤ ਦੇ ਹੱਦਾਂ ਦੇ ਅੰਦਰ ਵੀ ਸੀਮਿਤ ਨਹੀਂ ਰਿਹਾ, ਦੁਨੀਆ ਦੇ ਕੋਨੇ-ਕੋਨੇ ਤੱਕ ਚਲੇ ਗਿਆ। ਬਹੁਤ ਸਾਰੇ ਜਿਹੜੇ ਆ ਰਾਜਨੀਤਿਕ ਨੇਤਾਵਾਂ ਨੇ ਟਵੀਟ ਕਰਕੇ ਵਧਾਈ ਦਿੱਤੀ ਕਿਸਾਨਾਂ ਨੂੰ। ਇਹਨਾਂ ਦੇ ਟਵੀਟਰ ਨੂੰ ਕਿਸ ਪੱਖ ਨਾਲ ਦੇਖਦੇ ਹੋ? ਜਿਹੜਾ ਅੱਜ ਉਹ ਸਾਨੂੰ ਵਧਾਈਆਂ ਦਿੰਦੇ ਆ ਉਹ ਸਿਰਫ ਤੇ ਸਿਰਫ 22 ਦੀ ਇਲੈਕਸ਼ਨ ਵੇਖ ਕੇ ਸਾਡੇ ਵਿੱਚ ਆਉਣ ਦਾ ਬਹਾਨਾ ਭਾਲਦੇ ਆ, ਹੋਰ ਕੋਈ ਗੱਲ। ਅਸੀਂ ਤੇ ਆਪ 3 ਕੁ ਦਿਨ ਦੇ ਕੱਪੜੇ ਲੈ ਕੇ ਗਏ ਹਾਂ ਵੀ 2 ਦਿਨਾਂ 'ਚ ਤੀਜੇ ਦਿਨ ਮੋਰਚਾ ਫਤਿਹ ਹੋ ਜਾਣਾ। ਪਰ ਇਹ ਮਾੜੀਆਂ ਸਰਕਾਰਾਂ ਨੇ 1 ਸਾਲ ਲੰਘਾਤਾ। ਜੇ ਪਾਰਟੀਆਂ ਵਿੱਚ ਬਹਿ ਜਾਂਦੀਆਂ ਜਾ ਕੇ ਆਪਣੇ ਝੰਡੇ ਲੈ ਕੇ ਤੇ ਅਸੀਂ ਕਦੋਂ ਦੇ ਘਰ ਆ ਜਾਣਾ ਸੀ ਮਾਰ ਖਾ ਕੇ। ਭਾਵੇਂ ਪੋਹ ਮਾਘ ਦੀ ਠੰਡ ਹੋਵੇ ਤੇ ਭਾਵੇਂ ਜੇਠ ਹਾੜ ਦੀ ਗਰਮੀ, ਇਹ ਸਭ ਕੁਝ ਹੰਢਾਇਆ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਉੱਤੇ। ਅੱਜ ਕਿਸਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋ ਗਿਆ ਹੈ ਔਰ ਅੱਜ ਕਿਸਾਨੀ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਆ। ਇਸ ਸਾਲ ਵਿੱਚ ਜਿੱਥੇ ਮੌਸਮ ਦੀ ਮਾਰ ਝੱਲਣੀ ਪਈ ਉੱਥੇ ਹੀ ਸਰਕਾਰਾਂ ਨੇ ਵੀ ਘੱਟ ਨਹੀਂ ਕੀਤਾ। ਸਰਕਾਰਾਂ ਨੇ ਆਪਣੇ ਤਸ਼ੱਦਦ ਜਿਹੜੇ ਆ ਉਹ ਕਿਸਾਨਾਂ ਤੇ ਪੂਰੀ ਤਰ੍ਹਾਂ ਨਾਲ ਕੀਤੇ ਔਰ ਕਿਸਾਨਾਂ ਨੇ ਆਪਣਾ ਸਬਰ ਸਿਦਕ ਨਹੀਂ ਹਾਰਿਆ ਤੇ 1 ਸਾਲ ਦਾ ਜਿਹੜਾ ਇਹ ਸਫ਼ਰ ਆ ਇਹ ਤੈਅ ਕੀਤਾ। ਜਿੱਤ ਦੇ ਬਿਲਕੁਲ ਨੇੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨਾਂ ਦਾ ਅੰਦੋਲਨ ਬਿਲਕੁਲ ਲਾਗੇ ਆ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰੀ ਨਾਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਿਰਪਾਲ ਜੀ, 1 ਸਾਲ ਪੂਰਾ ਹੋ ਗਿਆ ਕਿਸਾਨੀ ਅੰਦੋਲਨ ਨੂੰ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਲਗਭਗ 1 ਸਾਲ ਹੋ ਗਿਆ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ। ਅੱਜ ਦੇ ਦਿਨ ਅਸੀਂ ਹਰਿਆਣੇ ਦੇ ਬਾਰਡਰ ਤੋੜਦੇ ਹੋਏ ਲੱਖਾਂ ਦੀ ਗਿਣਤੀ 'ਚ ਪਾਣੀਪਤ ਟੋਲ ਪਲਾਜ਼ੇ ਤੇ ਸੀਗੇ ਤੇ ਕੱਲ 27 ਤਰੀਕ ਨੂੰ ਅਸੀਂ ਦਿੱਲੀ ਪਹੁੰਚੇ ਸੀ। 1 ਸਾਲ ਦੇ ਵਿੱਚ ਜਿਹੜਾ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹ ਪੰਜਾਬ ਤੋਂ ਹੁੰਦਾ ਹੋਇਆ ਭਾਰਤ ਦੇ ਹੱਦਾਂ ਦੇ ਅੰਦਰ ਵੀ ਸੀਮਿਤ ਨਹੀਂ ਰਿਹਾ, ਦੁਨੀਆ ਦੇ ਕੋਨੇ-ਕੋਨੇ ਤੱਕ ਚਲੇ ਗਿਆ। ਮੋਦੀ ਸਰਕਾਰ ਨੇ ਉਹਨੂੰ ਫੇਲ ਕਰਨ ਲਈ, ਉਹਨੂੰ ਬਦਨਾਮ ਕਰਨ ਲਈ ਪੂਰੀਆਂ ਤਾਕਤਾਂ ਝੋਕ ਦਿੱਤੀਆਂ, ਲੇਕਿਨ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਉਹ ਆਪਣੀਆਂ ਸਾਰੀਆਂ ਚਾਲਾਂ ਦੇ ਵਿੱਚ ਫੇਲ ਸਾਬਤ ਹੋਈ ਆ। ਅਖੀਰ ਮੋਦੀ ਸਰਕਾਰ ਨੂੰ ਇਹ ਮੰਨਣਾ ਪਿਆ ਵੀ ਜਿਹੜਾ ਕਿਸਾਨ ਅੰਦੋਲਨ ਹੈ ਉਹ ਦੇਸ਼ ਦੇ ਹਿੱਤ, ਲੋਕ ਹਿੱਤ ਦੇ, ਜਨ ਹਿੱਤ ਦੇ ਵਿੱਚ ਸੀਗਾ ਤਾਂ ਉਹਦੇ ਅੱਗੇ ਝੁਕਣਾ ਪਿਆ। ਅਸੀਂ ਸਮਝਦੇ ਹਾਂ ਵੀ ਬਹੁਤ ਚੰਗੀ ਗੱਲ ਹੈ। ਮੋਦੀ ਸਰਕਾਰ ਦਾ ਇੱਕ ਸਵਾਗਤਯੋਗ ਫੈਸਲਾ ਪਿਛਲੇ 7 ਸਾਲਾਂ ਦੇ ਵਿੱਚ ਇੱਕੋ ਫੈਸਲਾ ਆਇਆ, ਜਿਹੜਾ ਉਹਨੇ ਜ਼ਬਰ ਕੀਤਾ ਸੀ, ਜਿਨ੍ਹਾਂ ਹੱਥਾਂ ਨਾਲ ਕੀਤਾ ਸੀ, ਜਿਸ ਜ਼ਬਾਨ 'ਚੋਂ ਬੋਲਿਆ ਸੀ ਉਹਨਾਂ ਹੀ ਹੱਥਾਂ ਨਾਲ ਉਹਨੂੰ ਵਾਪਸ ਲੈਣਾ ਪੈ ਗਿਆ, ਉਸੇ ਜ਼ਬਾਨ 'ਚੋਂ ਉਹਨੂੰ ਉਹ ਵਾਪਸ ਲੈਣਾ ਪੈ ਗਿਆ। ਇਹ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਆ। ਦੂਜੀ ਪ੍ਰਾਪਤੀ ਇਸ ਅੰਦੋਲਨ ਦੀ, ਜਿੰਨੀ ਕੁ ਵੱਡੀ ਭਾਈਚਾਰਕ ਸਾਂਝ ਸਾਡੀ ਜਥੇਬੰਦੀਆਂ ਦੀ, ਕਿਸਾਨਾਂ ਦੀ ਪੂਰੇ ਦੇਸ਼ ਦੇ ਵਿੱਚ ਹੋਈ ਹੈ, ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੇ ਫੈਸਲੇ ਸਰਕਾਰਾਂ ਲੈਣਗੀਆਂ ਉਹਦੇ ਤੇ ਪੂਰੇ ਦੇਸ਼ ਦਾ ਕਿਸਾਨ ਬਹੁਤ ਜਲਦੀ ਇਕਮੁੱਠ ਹੋ ਕੇ ਸਰਕਾਰ ਨੂੰ ਝੁਕਾ ਲਿਆ ਕਰੇਗਾ। ਕਿਰਪਾਲ ਜੀ, ਅੱਜ ਬਹੁਤ ਸਾਰੇ ਜਿਹੜੇ ਆ ਰਾਜਨੀਤਿਕ ਨੇਤਾਵਾਂ ਨੇ ਟਵੀਟ ਕਰਕੇ ਵਧਾਈ ਦਿੱਤੀ ਕਿਸਾਨਾਂ ਨੂੰ। ਇਹਨਾਂ ਦੇ ਟਵੀਟਰ ਨੂੰ ਕਿਸ ਪੱਖ ਨਾਲ ਦੇਖਦੇ ਹੋ? ਦੇਖੋ, ਇਹ ਜਿੰਨੇ ਕੁ ਰਾਜਨੀਤਿਕ ਲੋਕ ਵਧਾਈ ਦਿੰਦੇ ਹੈ, ਦੁੱਖ ਇਸ ਗੱਲ ਦਾ ਵੀ ਇਹ ਜਿਹੜਾ ਮਸਲਾ ਸੀ, ਜਿਹੜਾ ਸਾਨੂੰ ਸੜਕਾਂ ਤੇ ਬਹਿ ਕੇ ਹੱਲ ਕਰਨਾ ਪਿਆ, ਇਹ ਮਸਲਾ ਸੀ ਇਹਨਾਂ ਲੋਕਾਂ ਦਾ। ਇਹਨਾਂ ਲੋਕਾਂ ਨੂੰ ਜਨਤਾ ਨੇ ਚੁਣ ਕੇ ਪਾਰਲੀਮੈਂਟਾਂ 'ਚ, ਵਿਧਾਨ ਸਭਾਵਾਂ 'ਚ ਭੇਜਿਆ ਸੀ। ਉੱਥੇ ਉਹਨਾਂ ਨੇ ਲੜਾਈ ਲੜਨੀ ਸੀ, ਉਹਨਾਂ ਨੇ ਆਪਣੀ ਲੜਾਈ ਨਹੀਂ ਲੜੀ ਤੇ ਉਹਨਾਂ ਦੇ ਥਾਂ ਅੱਗੇ ਹੋ ਕੇ ਸਾਡੀ ਲੜਾਈ ਸਾਨੂੰ ਆਪ ਲੜਨੀ ਪਈ। ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਕੰਮ ਨਹੀਂ ਕੀਤਾ। ਜਿਹੜਾ ਅੱਜ ਉਹ ਸਾਨੂੰ ਵਧਾਈਆਂ ਦਿੰਦੇ ਆ ਉਹ ਸਿਰਫ ਤੇ ਸਿਰਫ 22 ਦੀ ਇਲੈਕਸ਼ਨ ਵੇਖ ਕੇ ਸਾਡੇ ਵਿੱਚ ਆਉਣ ਦਾ ਬਹਾਨਾ ਭਾਲਦੇ ਆ, ਹੋਰ ਕੋਈ ਗੱਲ ਨਹੀਂ। ਕਿਰਪਾਲ ਜੀ, ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਇਹ ਜਿੱਤ ਨਹੀਂ ਹੈ, ਜਿੱਤ ਦਾ ਪਹਿਲਾ ਪੜਾਅ ਆ, ਹਜੇ ਬਹੁਤ ਕੁਝ ਬਾਕੀ ਆ। ਇਸ ਜਿੱਤ ਤੋਂ ਬਾਅਦ ਜਿਹੜਾ ਪਹਿਲਾ ਪੜਾਅ ਪੂਰਾ ਕੀਤਾ, ਉਸ ਤੋਂ ਬਾਅਦ ਅੱਗੇ ਕੀ ਹੋਰ ਮੰਗਾਂ ਨੇ ਜਿਨ੍ਹਾਂ ਨੂੰ ਮਨਾਏ ਬਿਨਾਂ ਹਟਣਾ ਮਨਜ਼ੂਰ ਨਹੀਂ ਹੈਗਾ? ਦੇਖੋ, ਮੋਦੀ ਸਰਕਾਰ ਨੇ ਅੰਦੋਲਨ ਚੱਲਦਿਆਂ ਇੱਕ ਵਾਰੀ ਅਨਾਉਂਸ ਕੀਤਾ ਸੀ ਕਿ ਅਸੀਂ 50% ਮੰਗਾਂ ਜ਼ਿਮੀਂਦਾਰਾਂ ਦੀਆਂ ਮੰਨ ਲਈਆਂ, ਜਦ ਕਿ ਉਹ ਕੋਈ ਸਾਡੀਆਂ ਮੇਨ ਮੰਗਾਂ ਦੇ ਵਿੱਚੋਂ ਮੰਗ ਨਹੀਂ ਸੀ। ਇੱਕੋ ਮੰਗ ਸੀ ਉਹ 'ਚੋਂ ਮੇਨ, ਪਰ ਜਿਹੜਾ ਉਹਨੇ ਵਾਅਦਾ ਕੀਤਾ ਸੀ ਉਹ ਤੋਂ ਬਾਅਦ ਉਹ ਵੀ ਮੁੱਕਰ ਕੇ ਪਾਰਲੀਮੈਂਟ ਦੇ ਵਿੱਚ ਬਿਜਲੀ ਬਿੱਲ 2020 ਫੇਰ ਪੇਸ਼ ਕਰ ਦਿੱਤਾ। ਪੋਲਿਊਸ਼ਨ ਐਕਟ ਦੇ ਮੁਤਾਬਕ ਜਿਹੜਾ ਉਹਨੇ ਕਿਹਾ ਸੀ ਵੀ ਜ਼ਿਮੀਂਦਾਰਾਂ ਤੇ ਜੁਰਮਾਨੇ ਨਹੀਂ ਹੋਣਗੇ, ਉਹ ਵੀ ਉਹ 'ਤੇ ਉਹਨੇ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ। ਇਸ ਕਰਕੇ ਇਸ ਸਰਕਾਰ ਤੇ ਕੋਈ ਵੀ
ਯਕੀਨ ਕਰਨ ਵਾਲੀ ਗੱਲ ਨਹੀਂ। ਸਰਕਾਰ ਜਿੱਦਣ ਤੋਂ ਕਾਨੂੰਨ ਲਿਆਂਦੇ ਸੀ ਉਦਣ ਤੋਂ ਬਾਰ-ਬਾਰ ਮੀਡੀਆ 'ਚ ਕਹਿੰਦੀ ਸੀ MSP ਹੈ, MSP ਥੀ, MSP ਰਹੇਗੀ। ਤੇ ਜਿਹੜੇ ਮੋਦੀ ਭਗਤ ਆ ਨਾ ਉਹ ਭੌਂਕਦੇ ਸੀ ਮੀਡੀਆ 'ਚ ਵੀ ਜਦ ਪ੍ਰਧਾਨ ਮੰਤਰੀ ਨੇ ਕਹਿ ਤਾ ਇਹਨਾਂ ਲੋਕਾਂ ਨੂੰ ਯਕੀਨ ਕਿਉਂ ਨਹੀਂ ਆਉਂਦਾ। ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜੋ ਉਦਣ ਉਹ ਕਹਿੰਦੇ ਸੀ ਅੱਜ ਉਹ ਕਿੱਥੇ ਗਏ। ਜਿਹੜੀ ਲੜਾਈ ਸਾਡੀ MSP ਦੀ ਮੇਨ ਹੈ, ਜਿਹੜੀ ਮੋਦੀ ਸਰਕਾਰ ਨੇ 2014 ਦੀ ਇਲੈਕਸ਼ਨ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਵੀ ਸਾਡੀ ਸਰਕਾਰ ਆਏਗੀ ਤਾਂ ਸਭ ਤੋਂ ਪਹਿਲੇ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਉਸ ਰਿਪੋਰਟ ਨੂੰ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਐਫੀਡੇਵਿਟ ਦੇ ਚੁੱਕੇ ਵੀ ਸਾਡੇ ਕੋਲੋਂ ਲਾਗੂ ਨਹੀਂ ਹੋਣੀ। ਜਿੰਨੀ ਦੇਰ ਤੱਕ 3 ਕਾਨੂੰਨ ਵਾਪਸ ਲੈ ਲਿਆ, ਇੱਕ ਸਵਾਗਤਯੋਗ ਫੈਸਲਾ ਹੈ। ਜਿੰਨੀ ਦੇਰ ਤੱਕ MSP ਗਰੰਟੀ ਕਾਨੂੰਨ ਨਹੀਂ ਬਣਦਾ ਔਰ MSP ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਤੈਅ ਨਹੀਂ ਹੁੰਦੀ, ਸਾਡਾ ਸੰਘਰਸ਼ ਉਦੋਂ ਤੱਕ ਜਾਰੀ। ਕਿਰਪਾਲ ਜੀ, ਇੱਕ ਹੋਰ ਗੱਲ ਆ ਕਿ 19 ਤਰੀਕ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਾਂ ਹੀ ਐਲਾਨ ਕੀਤਾ ਕਿ 3 ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣਗੇ, ਉਸ ਤੋਂ ਬਾਅਦ ਫਾਸਟੈਗ ਵਾਲਿਆਂ ਨੇ ਆਪਣੀ ਐਡ ਦੇਣੀ ਸ਼ੁਰੂ ਕਰ ਦਿੱਤੀ ਕਿ ਟੋਲ ਪਲਾਜ਼ੇ ਖੁੱਲਣਗੇ। ਇੱਥੋਂ ਤੱਕ ਕਿ ਟੋਲ ਪਲਾਜ਼ੇ ਵਾਲਿਆਂ ਨੇ ਸਫਾਈ ਕਰਨੀ ਵੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਵੀ ਬੜੀ ਚਿੰਤਾ ਹੋ ਗਈ ਹੈ ਕਿ ਟੋਲ ਪਲਾਜ਼ੇ ਜਿਹੜੇ ਆ ਲੱਗਣੇ ਸ਼ੁਰੂ ਹੋ ਜਾਣਗੇ। ਉਹਦੇ ਬਾਰੇ ਵੀ ਇੱਕ ਵਾਰੀ ਲੋਕਾਂ ਨੂੰ ਜ਼ਰੂਰ ਦੱਸ ਦਿਓ ਕਿ ਉੱਥੇ ਟੋਲ ਪਲਾਜ਼ਿਆਂ ਤੇ ਧਰਨੇ ਇਦਾਂ ਜਾਰੀ ਰਹਿਣਗੇ ਜਾਂ ਚੁੱਕ ਲਏ ਜਾਣਗੇ। ਦੇਖੋ, ਇਸ ਸਰਕਾਰ ਨੇ ਆਉਂਦਿਆਂ ਹੀ ਦੇਸ਼ ਦਾ ਕੋਈ ਵੀ ਅਦਾਰਾ ਇਦਾਂ ਦਾ ਨਹੀਂ ਛੱਡਿਆ ਜੇ ਤੋਂ ਰੋਜ਼ ਦੀ ਕਮਾਈ ਆਵੇ ਤਾਂ ਸਰਕਾਰ ਚੱਲੇ। ਇਹਨੇ ਇੱਕ ਤੋਂ ਬਾਅਦ ਇੱਕ ਸਾਰੇ ਦੇ ਸਾਰੇ ਅਦਾਰੇ ਵੇਚ ਦਿੱਤੇ ਆ। ਸਾਡਾ ਸੜਕਾਂ ਤੇ ਚੱਲਣ ਦੇ ਵੀ ਉਹ ਟੈਕਸ ਹੈ ਜਿਹੜੇ ਸਰਕਾਰ ਨੇ ਲਾਏ ਹੋਏ ਆ, ਉਹ ਜਿੰਨੀ ਦੇਰ ਤੱਕ ਸਾਰੇ ਲੋਕ ਜਥੇਬੰਦ ਨਹੀਂ ਹੁੰਦੇ, ਇਦਾਂ ਦੇ ਜਿਹੜੇ ਸਰਕਾਰ ਦੇ ਧੱਕੇ ਹੈ ਉਹਨੂੰ ਰੋਕਣ ਲਈ ਵੱਡੀ ਲਾਮਬੰਦੀ ਦੀ ਲੋੜ ਹੈ। ਉਹਨੂੰ ਸਮਾਂ ਲੱਗੇਗਾ। ਟੋਲ ਪਲਾਜ਼ੇ ਵਾਲੀ ਗੱਲ ਫਿਰ ਮੈਂ ਉਹਦੇ ਤੇ ਹੀ ਆਉਣਾ ਵਾਂ, ਉੱਥੇ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਦੇਖੋ, ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ। ਉਹ ਕਦੋਂ ਅੰਦੋਲਨ ਵਾਪਸ ਹੁੰਦਾ, ਖਤਮ ਹੁੰਦਾ, ਫਤਿਹ ਹੁੰਦਾ, ਉਸ ਤੋਂ ਬਾਅਦ ਕੀ ਫੈਸਲਾ ਸੰਯੁਕਤ ਮੋਰਚੇ ਦਾ ਫੈਸਲਾ ਹੋਣਾ, ਮੇਰੇ ਇਕੱਲੇ ਦਾ ਫੈਸਲਾ ਨਹੀਂ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੀਨੀਅਰ ਕਿਸਾਨ ਲੀਡਰ ਹਰਭਜਨ ਸਿੰਘ ਬਾਜਵਾ ਹੁਣੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਬਾਜਵਾ ਸਾਹਿਬ, 1 ਸਾਲ ਦਾ ਸਫ਼ਰ ਤੈਅ ਕੀਤਾ, ਉਹਦੇ ਬਾਰੇ ਦੱਸੋ ਕਿ ਕਿੱਦਾਂ ਤੈਅ ਹੋਇਆ। ਸਾਨੂੰ ਇੱਕ ਚੀਜ਼ ਚੇਤੇ ਆ ਜੀ। 25 ਤਰੀਕ ਨੂੰ ਜਦੋਂ ਮਿੱਲ ਵਾਲੇ ਗੇਟ ਤੋਂ ਅਸੀਂ ਚਾਲੇ ਪਾਏ, 25 ਰਾਤ ਨੂੰ ਫਤਿਹਗੜ੍ਹ, 26 ਨੂੰ ਇਸ ਵੇਲੇ ਦਾ ਟਾਈਮ ਸੀਗਾ, ਕੋਈ ਮਾਹੌਲ ਸੀਗਾ ਇੱਕ ਦੇਖਣ ਵਾਲਾ। ਫਤਿਹਗੜ੍ਹ ਤੋਂ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਟਰਾਲੀਆਂ, ਟਰੈਕਟਰ, ਗੱਡੀਆਂ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ। ਉਹ ਦਿਨ ਸਾਨੂੰ ਭੁੱਲਣਾ ਨਹੀਂ। ਅਸੀਂ ਤੇ ਆਪ 3 ਕੁ ਦਿਨ ਦੇ ਕੱਪੜੇ ਲੈ ਕੇ ਗਏ ਹਾਂ ਵੀ 2 ਦਿਨਾਂ 'ਚ ਤੀਜੇ ਦਿਨ ਮੋਰਚਾ ਫਤਿਹ ਹੋ ਜਾਣਾ। ਪਰ ਇਹ ਮਾੜੀਆਂ ਸਰਕਾਰਾਂ ਨੇ 1 ਸਾਲ ਲੰਘਾਤਾ। ਹੁਣ ਮੋਦੀ ਬੋਲਿਆ, ਉਹਦੇ ਵਿੱਚ ਬੜੇ ਤਰਾਓ ਚੜਾਓ ਆਏ, ਗਮੀਆਂ ਵੀ ਆਈਆਂ, ਖੁਸ਼ੀਆਂ ਵੀ ਆਈਆਂ। ਸਰਕਾਰਾਂ ਨੇ ਕੁਝੀਆਂ ਚਾਲਾਂ ਵੀ ਕੀਤੀਆਂ ਵੀ ਸਾਨੂੰ ਨੀਵੇਂ ਕਰਨ ਲਈ, ਪਰ ਅਕਾਲ ਪੁਰਖ ਦੀ ਥਾਪੜਾ ਲੈ ਕੇ ਚੱਲੇ ਸੀਗੇ। ਸਿੱਖ ਕਦੀ ਪਿੱਛੇ ਨਹੀਂ ਮੁੜੇ। ਤਾਂ ਨਹੀਂ ਮੁੜੇ ਕਿ ਸਿੱਖ ਜਦੋਂ ਵੀ ਲੜਦੇ ਨੇ ਸੱਚਾਈ ਦੀ ਲੜਾਈ ਲੜਦੇ ਨੇ। ਲੋਕ ਸਾਨੂੰ ਕਹਿੰਦੇ ਸੀਗੇ ਕਿ ਮੋਦੀ 7.5 ਸਾਲਾਂ ਤੋਂ ਕਦੀ ਵੀ ਝੁਕਿਆ ਨਹੀਂ, ਮੁੜਿਆ ਨਹੀਂ, ਪਰ ਅਸੀਂ ਉਹਨਾਂ ਨੂੰ ਕਹੀਦਾ ਸੀ ਇਤਿਹਾਸ ਪੜ੍ਹੋ, 550 ਸਾਲਾਂ 'ਚ ਅਸੀਂ ਵੀ ਕਦੀ ਝੁਕੇ ਨਹੀਂ, ਮੁੜੇ ਨਹੀਂ। ਕਾਰਨ ਕੀ ਕਿ ਅਸੀਂ ਹੱਕ ਔਰ ਸੱਚ ਦੀ ਲੜਾਈ ਲਈ ਤੁਰੇ ਸੀਗੇ। ਅੱਜ ਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਕੱਲ ਜੋ ਕੈਬਨਿਟ ਦੀ ਮੀਟਿੰਗ ਹੋਈ, ਉਹ 'ਚ ਮਤਾ ਵੀ ਪਾਸ ਹੋ ਗਿਆ, ਪ੍ਰਵਾਨਗੀ ਦੇ ਦਿੱਤੀ ਵੀ ਇਹ ਕਾਲੇ ਕਾਨੂੰਨ ਵਾਪਸ ਹੋਣਗੇ। ਇਹ BJP ਦੀ ਸਰਕਾਰ ਨਹੀਂ ਸੀਗੀ, ਮੋਦੀ ਦੀ ਸਰਕਾਰ ਸੀਗੀ। ਹੁਣ ਕੱਲੇ ਮੋਦੀ ਨੇ ਕਹਿ ਤਾ, ਕਿਉਂਕਿ ਜਦੋਂ ਸਰਕਾਰਾਂ ਦਾ ਹੁੰਦਾ ਫਿਰ ਉਹਨਾਂ ਨੂੰ ਕਿਸੇ ਨੂੰ ਦੀਦ ਹੁੰਦੀ, ਪਿਆਰ ਹੁੰਦਾ, ਇੱਕ ਦੂਜੇ ਨਾਲ ਸਾਰਾ ਕੁਝ ਹੁੰਦਾ। ਇਹਨੂੰ ਕਿਸੇ ਦੀ ਦੀਦ ਨਹੀਂ, ਕੁਛ ਨਹੀਂ, ਆਪਣੀ ਸਿੰਪਤੀ ਲਈ ਕਰਦਾ ਜੋ ਕਰਦਾ। ਪਰ ਸਾਡੇ ਵਿੱਚ ਬੜੇ ਤਰਾਅ ਚੜਾਓ ਆਏ, ਪਰ ਕੁਝ ਗੱਲਾਂ ਚੰਗੀਆਂ ਵੀ ਨੇ ਕਿ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਸਾਨੂੰ ਇਕੱਠਿਆਂ ਕਰਤਾ। ਸਰਕਾਰਾਂ ਰੋਜ਼ ਕੋਈ ਟਵੀਟ ਕਰਕੇ ਵਧਾਈ ਦਿੰਦਾ, ਕੋਈ ਕੁਛ। ਇਹ ਪਰਮਾਤਮਾ ਨੇ ਕਿਰਪਾ ਕੀਤੀ ਕਿਸਾਨ ਲੀਡਰਾਂ ਤੇ, ਜਿਨ੍ਹਾਂ ਨੇ ਸਾਰਿਆਂ ਨੂੰ ਇੱਕ ਮੁੱਠ 'ਚ ਬੰਨ੍ਹ ਕੇ ਰੱਖਿਆ। ਜੇ ਪਾਰਟੀਆਂ ਵਿੱਚ ਬਹਿ ਜਾਂਦੀਆਂ ਜਾ ਕੇ ਆਪਣੇ ਝੰਡੇ ਲੈ ਕੇ, ਤੇ ਅਸੀਂ ਕਦੋਂ ਦੇ ਘਰ ਆ ਜਾਣਾ ਸੀ ਮਾਰ ਖਾ ਕੇ। ਮੁੱਖ ਮੰਤਰੀ ਚਰਨਜੀਤ ਚੰਨੀ ਹੁਣਾਂ ਨੇ, ਸੁਖਬੀਰ ਬਾਦਲ ਨੇ, ਕੇਜਰੀਵਾਲ ਨੇ ਟਵੀਟ ਕਰਕੇ ਕਿਸਾਨਾਂ ਨੂੰ ਵਧਾਈ ਦਿੱਤੀ ਆ। ਉਹਨਾਂ ਦੀ ਵਧਾਈ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ, ਉਹ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਨੇ, ਉਹ ਵੀ ਜੇ ਰੋਟੀ ਅੰਨ ਤੇ ਇੱਥੋਂ ਦਾ ਖਾਂਦੇ ਨੇ। ਵਧਾਈ ਦਿੱਤੀ ਹੈ, ਪਰ ਵਧਾਈ ਪੂਰੀ ਹੋ ਲੈਂਦੇ, ਉਹਨਾਂ ਦੀ ਵਧਾਈ ਵੀ ਲੈ ਲਾਂਗੇ। ਪਰ ਵਧਾਈ ਦਾ ਸਿਹਰਾ ਸਾਰਾ ਕਿਸਾਨ ਲੀਡਰਾਂ ਨੂੰ ਜਾਂਦਾ ਹੈ। ਮੈਂ ਉਹਨਾਂ ਵੀਰਾਂ ਦੇ ਸਿਰ ਝੁਕਾਨਾ ਕਦਮਾਂ 'ਚ ਜਿਨ੍ਹਾਂ ਨੇ ਉਸ ਪਾਸੇ ਨੂੰ ਮੂੰਹ ਕਰਕੇ ਤੁਰਿਆ। ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਬੀਬੀਆਂ, ਭਰਾ, ਬਜ਼ੁਰਗ, ਜਿਨ੍ਹਾਂ ਦਿਨ ਰਾਤ, ਸਿੱਖ ਜਥੇਬੰਦੀਆਂ ਨੇ ਵੀ ਬੜਾ ਸਾਥ ਦਿੱਤਾ, ਸੰਤਾਂ ਨੇ ਲੰਗਰ ਲਾਏ ਹੋਏ ਨੇ। ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ।
ਇਹ ਪ੍ਰਮਾਤਮਾ ਵਸਿਆ ਜੀ ਉੱਥੇ ਆ ਕੇ। ਅਕਾਲ ਪੁਰਖ ਦੀ ਕਲਾ ਵਰਤੀ ਕਰਕੇ ਲੋਕ ਠਰਮੇ ਨਾ ਬੈਠੇ ਰਹੇ। 1 ਸਾਲ ਪੀਸਫੁਲੀ ਸੰਘਰਸ਼ ਜਿਹੜਾ ਵੇਖੋ ਸਰਕਾਰਾਂ ਨੇ ਕੁਝੀਆਂ ਚਾਲਾਂ ਕੀਤੀਆਂ ਪਰ ਉਹ ਨੇਪਰੇ ਨੇ ਚੜੀਆਂ। ਸੱਚਾਈ ਦਾ ਮੁੱਲ ਪੈਂਦਾ ਜੀ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਸੋ ਇਹ ਤੁਸੀਂ ਦੇਖ ਲਿਆ ਕਿ 1 ਸਾਲ ਪੂਰਾ ਹੋ ਗਿਆ। ਉਸ ਸਾਲ ਦੇ ਵਿੱਚ ਬਹੁਤ ਕੁਝ ਝੱਲ ਕੇ ਜਿੱਤ ਦੇ ਪੜਾਅ ਦੇ ਬਿਲਕੁਲ ਲਾਗੇ ਹੋਇਆ ਕਿਸਾਨੀ ਸੰਘਰਸ਼। ਪਰ ਹਜੇ ਵੀ ਕਿਸਾਨੀ ਲੀਡਰਾਂ ਦਾ ਕਹਿਣਾ ਆ ਕਿ ਇਹ ਸੰਘਰਸ਼ ਮੁੱਕਿਆ ਨਹੀਂ ਹੈ। ਕਦੋਂ ਤੱਕ ਚੱਲੇਗਾ? ਜਦ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦੇ ਦਿੰਦੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਫਗਵਾੜਾ ਤੋਂ ਕੈਮਰਾ ਪਰਸਨ ਬੋਬੀ ਦੇ ਨਾਲ ਤਰਸੇਮ ਅਰੋੜਾ, ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।